ਜਿਹੜੇ ਬੰਦੇ ਹਮੇਸ਼ਾ ਫਸਟ ਹੁੰਦੇ ਸੀ, ਜਿਹੜੇ ਬੱਚੇ ਹਮੇਸ਼ਾ ਆਪਦੇ ਸਕੂਲ ਦਾ ਨਾਂ ਰੋਸ਼ਨ ਕਰਦੇ ਸੀ, ਉਹਨਾਂ ਨੂੰ ਰੋਲਣਾ ਕਿਉਂ ਪਿਆ? ਮੇਰੀ ਬੇਟੀ ਦੀ ਸਿੱਖ ਮਿਨੋਰਟੀ ਕੋਟੇ ਦੇ ਵਿੱਚ ਭਾਈ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਹੁੰਦਾ ਹੈ। ਫਸਟ ਜਿਹੜੀ ਹੈਗੀ ਕਾਉਂਸਲਿੰਗ ਦੇ ਵਿੱਚ ਉਹ ਬੇਟੀ ਦਾ ਪਹਿਲੇ ਨੰਬਰਾਂ ਤੇ ਉਹਦਾ ਦਾਖਲਾ ਹੁੰਦਾ ਹੈ। ਉਸ ਬੇਟੀ ਨੂੰ ਜਦੋਂ ਮੈਨੂੰ ਕਹਿੰਦੀ ਹੈ ਪਾਪਾ ਮੈਂ ਡਾਕਟਰ ਬਣਨਾ ਹੈ, ਮੇਰੀ ਵੱਡੀ ਬੇਟੀ ਵੀ ਡਾਕਟਰ ਹੈ, ਜਦੋਂ ਉਹਨੇ ਕਿਹਾ ਕਿ ਪਾਪਾ ਮੈਂ ਕਿਹਾ ਪੁੱਤ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਤੈਨੂੰ ਮੈਂ ਵੱਡੇ ਮਹਿੰਗੇ ਸਕੂਲ ਕਾਲਜ ਵਿੱਚ ਪੜ੍ਹਾ ਸਕਾਂ। ਜੇ ਤਾਂ ਤੈਨੂੰ ਸਰਕਾਰੀ ਸਕੂਲ 'ਚ ਸਰਕਾਰੀ ਕਾਲਜ ਵਿੱਚ ਦਾਖਲਾ ਮਿਲ ਗਿਆ ਤਾਂ ਤੈਨੂੰ ਮੈਂ ਪੜ੍ਹਾ ਦੂੰ, ਤੇਰੇ ਤੇ ਮੈਂ ਸਾਰਾ ਕੁਝ ਕੁਰਬਾਨ ਕਰ ਦੂੰ। ਜੇ ਤੈਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਗੌਰਮੈਂਟ ਫੀਡ ਦਾ ਕੋਟਾ ਮਿਲ ਗਿਆ ਤਾਂ ਫਿਰ ਮੈਂ ਤਾਂ ਵੀ ਤੈਨੂੰ ਦਾਖਲ ਕਰਾ ਦੂੰ, ਪਰ ਮੈਂ ਤੈਨੂੰ ਪ੍ਰਾਈਵੇਟ ਕਾਲਜ ਵਿੱਚ ਪੜ੍ਹਾ ਨਹੀਂ ਸਕਣਾ ਕਿਉਂਕਿ ਮੈਂ 35 ਲੱਖ ਰੁਪਈਆ ਵਿਆਜੂ ਚੱਕ ਕੇ ਆਦੀ ਤੇਰੀ ਵੱਡੀ ਭੈਣ ਤੇ ਲਾ ਚੁੱਕਿਆ। ਤੇ ਬੱਚੀ ਜਿਹੜੀ ਸਭ ਤੋਂ ਟੌਪਰ ਸੀਗੀ, ਉਹ ਬੱਚੀ ਦੇ ਮਨ ਤੇ ਇੰਨਾ ਡਿਪਰੈਸ਼ਨ ਪੈ ਗਿਆ ਕਿ ਪਾਪਾ ਮੈਨੂੰ ਪੈਸੇ ਨਹੀਂ ਦੇ ਸਕਦਾ, ਪੜ੍ਹਾ ਹੀ ਨਹੀਂ ਸਕਦਾ। ਪਰ ਉਹ ਮੇਰੇ ਘਰ ਦੀਆਂ ਹਾਲਤਾਂ ਵੀ ਦੇਖਦੇ ਸੀ। ਮੇਰੇ ਦੋਸਤ ਕਹਿੰਦੇ ਸੀ ਆ ਤੂੰ ਜੈਨ ਕਾਰ 95 ਮਾਡਲ ਲਈ ਫਿਰਦਾ ਹੈ, ਤੂੰ ਟੁੱਟਿਆ ਸਕੂਟਰ ਲਈ ਫਿਰਦਾ ਹੈ। ਤਾਂ ਮੈਨੂੰ ਕਿਤੇ ਨਾ ਕਿਤੇ ਸੀ ਮੇਰੀਆਂ 2 ਹੀ ਬੇਟੀਆਂ, ਮੈਂ ਇਹਨਾਂ ਦਾ ਭਵਿੱਖ ਬਣਾ ਦਿਆਂ, ਮੈਂ ਆਪਦੇ ਸਾਰੇ ਖਰਚਿਆਂ ਦੇ ਕੰਟਰੋਲ ਕਰ ਲਾਂ, ਸਾਰਾ ਕੁਝ ਜਿਹੜਾ ਹੈਗਾ ਮੈਂ ਲੈ ਕੇ ਉਹ ਬੱਚਿਆਂ ਦੇ ਉੱਤੇ ਨਿਸ਼ਾਵਰ ਕਰ ਦਿਆਂ। ਮੈਂ ਲਗਾਤਾਰ ਇਸ ਗੱਲ ਦੇ ਵਿੱਚ ਤੁਰਿਆ ਹੋਇਆ ਸੀ। ਮੈਂ ਤੇ ਮੇਰੀ ਵਾਈਫ ਹੈ, ਇਹਨੇ ਚਾਹੀਦਾ ਕਿਤੇ ਲੀੜੇ ਨਹੀਂ ਪਾਇਆ, ਚਾਹੀਦਾ ਗਹਿਣਾ ਨਹੀਂ ਪਾਇਆ, ਪਰ ਅਸੀਂ ਆਪਦੇ ਬੱਚਿਆਂ ਵਾਸਤੇ ਸਾਰਾ ਕੁਝ ਕੁਰਬਾਨ ਕੀਤਾ। ਇਹ ਅੱਜ ਲੈਕਚਰਰ ਹੈ। ਅਸੀਂ ਸਾਡੇ ਜਿਹੜੀ ਬੇਟੀ ਹੈ ਪਹਿਲੀ ਨੂੰ ਗੁਰੂ ਆਦੇਸ਼ ਹਸਪੀਟਲ ਦੀ ਸਟੂਡੈਂਟ ਸੀਗੀ, 4 ਲੱਖ ਰੁਪਈਆ ਉਹਦੀ ਫੀਸ ਸੀਗੀ। ਜਦੋਂ ਉਹਨੂੰ ਦਾਖਲਾ ਮਿਲਿਆ ਮੇਰੇ ਕੋਲੇ 4 ਲੱਖ ਦੇਣ ਨੂੰ ਵੀ ਸਾਧਨ ਨਹੀਂ ਸੀਗੇ। ਮੈਂ ਆਪਦਾ ਡੀਸੀ ਸਾਹਿਬ ਦੇ ਕੋਲੇ ਜਾਣ ਦਾ ਪ੍ਰੋਗਰਾਮ ਬਣਾ ਲਿਆ, ਸਾਡੇ ਕੋਲ ਗਰੁੱਪ ਬਣਾਇਆ, ਮੈਂ ਗਰੁੱਪ ਵਿੱਚ ਕਾਮਨੀ ਕਾਲ ਕਰਤੀ, 5-6 ਪਰਿਵਾਰ ਉੱਥੇ ਪਹੁੰਚ ਗਏ। ਉਸ ਤੋਂ ਬਾਅਦ ਅਸੀਂ ਹੋਰ ਕੱਲੇ ਤੇ 12 ਪਰਿਵਾਰ ਨਿਕਲੇ। 12 ਪਰਿਵਾਰਾਂ ਨੇ ਜਦੋਂ ਵੇਖਿਆ ਤੇ ਇੱਕ ਦੂਜੇ ਤੋਂ ਪੁੱਛ ਕੇ ਅਸੀਂ 14-15 ਬੱਚਿਆਂ ਦਾ ਨਾਂ ਲਿਖ ਲਿਆ ਕਿ ਇੰਨੇ ਬੱਚੇ ਹੈ। ਉਸ ਵੇਲੇ ਤੱਕ ਡਿਪਟੀ ਕਮਿਸ਼ਨਰ ਨੇ ਜਦੋਂ ਅਸੀਂ ਅੰਦਰ ਜਾ ਕੇ ਮਿਲੇ ਹੈ, ਬੜੇ ਵਧੀਆ ਇਨਸਾਨ ਹੈ, ਬਹੁਤ ਜੈਂਟਲ ਨੇ, ਬੜਾ ਵਧੀਆ ਪੋਜ਼ਿਟਿਵ ਸੋਚ ਹੈ, ਪਰ ਮੈਂ ਸਮਝਦਾ ਕਿ ਉਹਨਾਂ ਕੋਲੇ ਪੰਜਾਬ ਸਰਕਾਰ ਨੇ ਉਸ ਵੇਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਮੰਗੀ। ਪੰਜਾਬ ਸਰਕਾਰ ਨੇ ਬਿਲਕੁਲ ਉਹਨਾਂ ਨੂੰ ਇੱਕ ਮੇਲ ਵੀ ਨਹੀਂ ਕੀਤੀ ਹੋਈ ਸੀ ਕਿ ਇੰਨੇ ਬੱਚੇ ਉੱਥੇ ਜਿਹੜੇ ਹੈਗੇ ਮੌਤ ਦੇ ਮੂੰਹ 'ਚ ਪਿੱਛੇ ਹੋਏ ਹੈ, ਔਰ ਪੰਜਾਬ ਦੀ ਇੱਕ ਏਜੰਸੀ ਹੈ ਜਿਹੜੀ ਉੱਥੇ ਲਿਜਾ ਰਹੀ ਹੈ ਵੀ ਤੁਸੀਂ ਉਹਦਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਪਤਾ ਤਾਂ ਕਰੋ ਵੀ ਬੱਚੇ ਕਿੰਨੇ ਤਾਂ ਤੁਸੀਂ ਹੈਰਾਨੀ ਹੋ ਜਾਊਗੀ। ਤੇ ਜਦੋਂ ਅਸੀਂ ਅੰਦਰ ਮਿਲੇ ਡੀਸੀ ਸਾਹਿਬ ਨੂੰ, ਡੀਸੀ ਸਾਹਿਬ ਕਹਿੰਦੇ ਮੁਕਤਸਰ ਦੇ 3 ਬੱਚੇ ਆ ਸੁਣਿਆ ਮੈਂ। ਅਸੀਂ ਕਿਹਾ ਜੀ 3 ਨਹੀਂ ਹੈ, ਆ ਜਿਹੜੇ 12 ਤਾਂ ਇਹ ਆ ਗਏ, ਘੱਟੋ ਘੱਟ 20 ਬੱਚੇ ਆ ਜਿਹੜੇ ਮੁਕਤਸਰ ਸਾਹਿਬ ਦੇ ਨੇ ਤੇ ਉੱਥੇ ਜਿਹੜੇ ਖਾਰਕਵ ਦੇ ਵਿੱਚ ਉੱਥੇ ਬੈਠੇ ਨੇ। ਅਤੇ ਅੱਛਾ ਇੰਨੇ ਬੱਚੇ ਆ। ਫਿਰ ਉਹ ਕਹਿੰਦੇ ਯਾਰ ਕੋਈ ਲਿਸਟ ਵਗੈਰਾ, ਅਸੀਂ ਕਿਹਾ ਜੀ ਅਸੀਂ ਬੈਠੇ ਲਿਸਟ ਬਣਾਈ ਆ, ਤੁਹਾਨੂੰ ਦੇ ਦਿੰਦੇ। ਫਿਰ ਅਸੀਂ ਉਹ ਲਿਸਟ ਦਿੱਤੀ। ਫਿਰ ਬਾਅਦ ਵਿੱਚ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਟਾਈਪ ਕਰ ਦਿੰਦੇ। ਫਿਰ ਜਿਵੇਂ ਉਹਨਾਂ ਨੇ ਕਿਹਾ ਵੀ ਪਾਸਪੋਰਟ ਨੰਬਰ ਵੀ ਭਰ ਦਿਓ, ਆ ਵੀ ਭਰ ਦਿਓ, ਅਸੀਂ ਉਹ ਵੀ ਭਰ ਕੇ ਦੇ ਦਿੱਤੇ। ਉਹੀ ਲਿਸਟ ਜਿਹੜੀ ਹੈਗੀ ਆ ਉਹ ਜਿਹੜੇ ਸਾਰੀਆਂ ਪਾਰਟੀਆਂ ਨੇ ਅੱਡ ਵੰਡ ਲਈ, ਉਹਨਾਂ ਤੋਂ ਲੈ ਲਿਆ। ਫਿਰ ਉਹਨਾਂ ਨੇ ਕਹਿੰਦਾ ਵੀ ਆਓ ਮੇਰੇ ਘਰੇ ਆਓ, ਮੈਂ ਤੁਹਾਡੇ ਉੱਥੇ ਲੈ ਕੇ ਜਾਣਾ। ਪਰ ਅਸੀਂ ਫਿਰ ਵੀ ਉੱਥੇ ਉਹਨਾਂ ਨੂੰ ਜਾਣ ਤੋਂ ਨਕਾਰ ਹੀ ਨਹੀਂ ਸੀਗੇ। ਅਸੀਂ ਫਿਰ ਮੀਟਿੰਗਾਂ ਕੀਤੀਆਂ। ਅਸੀਂ ਘੱਟੋ ਘੱਟ 20 ਪਰਿਵਾਰ ਇੱਥੇ ਇਕੱਠੇ ਹੋ ਕੇ ਪਰਸੋਂ ਇੱਥੇ ਬੈਠੇ ਆ। ਇਸ ਮੀਟਿੰਗ ਦੇ ਵਿੱਚ 20 ਪਰਿਵਾਰਾਂ ਨੂੰ ਜਾ ਕੇ ਉੱਥੇ ਪਠੇਲਾ ਸਾਹਿਬ ਆ ਗਏ ਤਾਂ ਪਠੇਲਾ ਸਾਹਿਬ ਨੇ ਵੀ ਗੱਲਾਂ ਆਪਦੇ ਤੌਰ ਤੇ ਕੋਸ਼ਿਸ਼ ਕੀਤੀ, ਹੋਰ ਲੀਡਰਾਂ ਨੇ ਵੀ ਕੀਤੀ। ਮੈਂ ਨਹੀਂ ਕਹਿੰਦਾ ਵੀ ਨਹੀਂ ਕੀਤੀ, ਲੇਕਿਨ ਸਾਥੀਓ ਗੱਲ ਇਹ ਹੈ ਕਿ ਨਾ ਤਾਂ ਉੱਥੋਂ ਦੀ ਕੌਂਸਲੇਟ ਦਾ ਪ੍ਰਬੰਧ ਸੀ ਪ੍ਰੋਪਰ, ਨਾ ਉੱਥੋਂ ਦੇ ਜਿਹੜੇ ਹੈਗੇ ਆ ਮੈਨੇਜਮੈਂਟ ਦਾ ਪ੍ਰਬੰਧ ਸੀਗਾ। ਔਰ ਬੱਚਿਆਂ ਦੇ ਜਿਹੜੀ ਹਾਲਤ ਇਸ ਵੇਲੇ ਹੈਗੀ ਹੈ, ਉੱਥੇ ਜਿਹੜੇ ਬੱਚੇ ਹੈਗੇ ਆ ਉਹ ਆਪਦੇ ਫਲੈਟ ਜਿੱਥੇ ਰਹਿੰਦੇ ਆ ਉਹਨਾਂ ਦੇ ਵਿੱਚ ਜਿਹੜੇ ਗਰਾਊਂਡ ਫਲੋਰ ਹੈ ਜਿਹਨੂੰ ਅਸੀਂ ਬੇਸਮੈਂਟ ਕਹਿੰਦੇ ਆ, ਉਹ ਬੇਸਮੈਂਟ 'ਚ ਸੌਂਦੇ ਆ। ਉੱਥੇ ਕਈਆਂ ਬੱਚਿਆਂ ਕੋਲੇ ਤੱਕ ਰਾਸ਼ਨ ਸੀਗਾ ਉਹ ਖਾ ਰਹੇ ਆ, ਕਈਆਂ ਦੇ ਕੋਲੇ ਜਿਹਨੇ ਨਹੀਂ ਸੀਗਾ ਉਹਨੂੰ ਉਹ ਜਿਹੜੀ ਉੱਥੋਂ ਦੀ ਏਜੰਸੀ ਹੈ ਕਿ ਥੋੜਾ ਬਹੁਤ ਪ੍ਰੋਵਾਈਡ ਵੀ ਕਰਦੀ ਹੈ। ਤੇ ਕੁਝ ਰਿਮੋਟ ਇਹੋ ਜਿਹੇ ਏਰੀਆ ਵੀ ਹੈਗਾ ਵੀ ਜਿੱਥੇ ਕੁਝ ਵੀ ਨਹੀਂ ਮਿਲ ਰਿਹਾ। ਲੋਕੀ ਜਿਹੜੇ ਹੈਗੇ ਆ, ਤੁਸੀਂ ਸਾਰਿਆਂ ਨੇ ਵੀਡੀਓ ਵਗੈਰਾ ਵੇਖ ਲਈਆਂ, ਮੈਂ ਬੜਾ ਇਹਦੇ ਬਾਰੇ ਦੱਸਣਾ ਨਹੀਂ ਚਾਹੁੰਦਾ, ਪਰ ਇਹ ਸੱਚਾਈ ਇਹ ਹੈਗੀ ਆ ਕਿ ਜਿਹੜੇ ਬੱਚੇ ਹੈਗੇ ਆ ਉਹ ਕੀਵ ਦੇ ਵਿੱਚ ਕੱਲ ਤੱਕ ਜਿਹੜੇ ਸੀਗੇ ਬੱਚੇ, ਇੱਕ ਬੇਟੀ ਦੀ ਮੈਂ ਜ਼ਿਕਰ ਕਰਨਾ ਜ਼ਰੂਰ ਚਾਹੂੰਗਾ, ਮਹਿਕਪ੍ਰੀਤ ਹੈ, ਗੁਰਮੁਖ ਸਿੰਘ ਦੀ ਬੇਟੀ ਹੈ। ਉਹਨਾਂ ਨੇ 24 ਤਰੀਕ ਨੂੰ ਜਦੋਂ ਘਰੋਂ ਨਿਕਲੀਆਂ ਉਸ ਵੇਲੇ ਤੱਕ ਉੱਥੇ ਕੋਈ ਪ੍ਰੋਬਲਮ ਨਹੀਂ ਸੀ। ਜਦੋਂ ਅੱਧ 'ਚ ਪਹੁੰਚੀਆਂ ਤਾਂ ਉੱਥੇ ਬੰਬ ਡਿੱਗ ਪਏ ਤੇ ਉਹਨਾਂ ਨੂੰ ਮੈਸੇਜ ਆ ਗਿਆ ਵੀ ਸਾਰੀਆਂ ਫਲਾਈਟਸ ਰੱਦ ਹੋ ਗਈਆਂ ਤਾਂ ਤੁਸੀਂ ਜਿੱਥੇ ਵੀ ਹੈਗੇ ਉੱਥੇ ਖੜ ਜਾਓ। ਔਰ ਇਹ ਬੱਚੀਆਂ ਉੱਥੇ ਜਦੋਂ ਕਿਵੇਂ ਖੜ ਸਕਦੀਆਂ ਸੀ? ਆਪਦਾ ਘਰ ਛੱਡਿਆਈਆਂ ਸੀਗੀਆਂ, ਉਹਨਾਂ ਨੇ ਆਪਦਾ ਜਿਹੜਾ ਕਮਰਾ ਖਾਲੀ ਕਰਤਾ ਸੀਗਾ ਤੇ ਫਿਰ ਉਹ ਵਾਪਸ ਆ ਨਹੀਂ ਸਕਦੇ। ਉਹ ਜਾ ਕੇ ਕੀਵ 'ਚ ਪਹੁੰਚ ਗਏ। ਔਰ ਕੀਵ ਦਾ ਜਿਹੜਾ ਹਾਸ਼ਰ ਤੁਸੀਂ ਵੇਖ ਰਹੇ ਹੋ ਟੀਵੀਆਂ ਤੇ, ਉਹ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੋਇਆ। ਔਰ ਕੀਵ ਦੇ ਵਿੱਚ ਉਹਨਾਂ ਨੇ ਜਾ ਕੇ ਗੱਲ ਕੀਤੀ, ਜਦੋਂ ਜਿਹੜੀ ਪ੍ਰਬੰਧਕ ਲੈ ਕੇ ਗਏ ਸੀ ਤਾਂ ਉਹਨਾਂ ਨੇ ਖੈਰ ਉਹਨਾਂ ਦੀ ਮਦਦ ਕਰਦੇ ਕਿ ਉਹਨਾਂ ਨੂੰ ਹੋਟਲ ਲੈਤਾ। ਉਹ ਹੋਟਲ ਦੇ ਵਿੱਚ ਕੁੜੀਆਂ ਚਲੀਆਂ ਗਈਆਂ। ਮੈਂ ਰਾਮਸੋਨ ਲੱਖੇਵਾਲੀ, ਜਿਹੜਾ ਮਜ਼ਦੂਰਾਂ ਕਿਸਾਨਾਂ ਲੇਖਕਾਂ ਦਾ ਜਿਹੜਾ ਮੰਚ ਆ ਉਹਦੇ ਵੱਲੋਂ ਇਹ ਦੱਸਣਾ ਚਾਹਣਾ ਕਿ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਆ ਮੁਕਤਸਰ ਵਿਖੇ ਕਰ ਰਹੇ ਆ, ਇਹਦੇ ਵਿੱਚ ਖੇਤ ਮਜ਼ਦੂਰ, ਕਿਸਾਨ, ਮੁਲਾਜ਼ਮ, ਅਧਿਆਪਕ, ਬਿਜਲੀ ਕਾਮੇ ਤੇ ਲੇਖਕ ਸ਼ਾਮਲ ਆ। ਇਹ ਜਿਹੜਾ ਰੋਸ ਮਾਰਚ ਆ ਕੇਂਦਰ ਸਰਕਾਰ ਤੱਕ ਪੰਜਾਬ ਦੇ ਲੋਕਾਂ ਦੀ, ਦੇਸ਼ ਦੇ ਲੋਕਾਂ ਦੀ
ਜਿਨ੍ਹਾਂ ਦੇ ਧੀਆਂ ਪੁੱਤ ਯੂਕਰੇਨ ਦੇ ਵਿੱਚ ਫਸੇ ਹੋਏ ਆ, ਮੈਡੀਕਲ ਪੜ੍ਹਾਈ ਕਰਨ ਗਏ ਸੀ, ਉਹਨਾਂ ਨੂੰ ਸੁਰੱਖਿਅਤ ਵਾਪਸ ਕੱਢ ਕੇ ਦੇਸ਼ ਲਿਆਂਦਾ ਜਾਵੇ। ਪਹਿਲੀ ਮੰਗ ਸਾਡੀ ਇਹ ਆ। ਦੂਸਰਾ ਸਾਡੀ ਮੰਗ ਇਹ ਆ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਮੈਡੀਕਲ ਸਿੱਖਿਆ ਸਸਤੀ ਕਰ ਦੇਣ ਤਾਂ ਸਾਡੇ ਦੇਸ਼ ਦੀ ਜਵਾਨੀ ਨੂੰ ਯੂਕਰੇਨ ਤੇ ਹੋਰ ਦੇਸ਼ਾਂ 'ਚ ਨਾ ਰੋਲਣਾ ਪਵੇ। ਜੇਕਰ ਕਿਸੇ ਕਾਰਨ ਸਾਡੇ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਆ ਤਾਂ ਉਸ ਕੇਂਦਰ ਸਰਕਾਰ ਦੀ ਡਿਊਟੀ, ਉਹਦਾ ਫਰਜ਼ ਬਣਦਾ ਕਿ ਉਹਨਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਲੈ ਕੇ ਆਵੇ। ਇਸ ਲਈ ਅੱਜ ਦਾ ਇਹ ਇਕੱਠ ਇਹ ਮੰਗ ਕਰਦਾ ਕਿ ਭਾਰਤ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ ਉਹ ਵਿਦਿਆਰਥੀ ਜਿਹੜੇ ਬਹੁਤ ਸਾਰੇ ਲੱਖਾਂ ਰੁਪਇਆ ਖਰਚ ਕਰਕੇ 4-4 ਸਾਲ ਤੋਂ 3-3 ਸਾਲ ਤੋਂ ਉੱਥੇ ਪੜ੍ਹਾਈ ਕਰ ਰਹੇ ਆ, ਉਹਨਾਂ ਨੂੰ ਵਾਪਸ ਲੈ ਕੇ ਆਵੇ। ਇੱਥੋਂ ਦਾ ਜਿਹੜਾ ਸਿਸਟਮ ਆ, ਇੱਥੋਂ ਦਾ ਰਾਜ ਪ੍ਰਬੰਧ ਆ, ਇੱਥੋਂ ਜਿਹੜੀ ਸਰਕਾਰ ਆ, ਉਹਨੂੰ ਆਪਦੀ ਡਿਊਟੀ ਸਮਝਣੀ ਚਾਹੀਦੀ ਹੈ, ਉਹਨੂੰ ਆਪਦਾ ਫਰਜ਼ ਸਮਝਣਾ ਚਾਹੀਦਾ। ਜੇਕਰ ਅਸੀਂ ਆਪਦੇ ਵਿਦਿਆਰਥੀਆਂ ਨੂੰ ਸਸਤੀ ਮੈਡੀਕਲ ਸਿੱਖਿਆ ਨਹੀਂ ਦੇ ਸਕਦੇ, ਸਾਡੇ ਮੈਡੀਕਲ ਕਾਲਜ ਨਹੀਂ ਦੇ ਸਕਦੇ, ਅਸੀਂ ਸਾਰਾ ਦੇਸ਼ ਇੱਥੋਂ ਏਅਰ ਇੰਡੀਆ ਵੀ ਵੇਚਤਾ ਤਾਂ ਕਿ ਵਿਦਿਆਰਥੀ ਜਿਹੜੀਆਂ ਸਸਤੀਆਂ ਟਿਕਟਾਂ ਲੈ ਕੇ ਇੰਡੀਆ ਆ ਜਾਣ। ਇਸ ਲਈ ਅਸੀਂ ਇਹ ਪੰਜਾਬ ਦੀ ਧਰਤੀ ਦੀ ਆਵਾਜ਼ ਨੂੰ, ਇਸ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਇਹ ਉਠਾ ਰਹੇ ਹਾਂ, ਕੇਂਦਰ ਸਰਕਾਰ ਤੱਕ, ਮੋਦੀ ਸਰਕਾਰ ਤੱਕ ਇਹ ਪਹੁੰਚਾਉਣਾ ਚਾਹੁੰਦੇ ਆ ਕਿ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਦਾ ਕਸੂਰ ਕੋਈ ਨਹੀਂ, ਜਿਹੜੇ ਉੱਥੇ ਪੜ੍ਹਨ ਗਏ ਆ, ਗਲਤੀਆਂ ਤੁਹਾਡੀਆਂ ਕਿ ਤੁਸੀਂ ਮੈਡੀਕਲ ਸਿੱਖਿਆ, ਮੈਡੀਕਲ MBBS ਕਰਾਉਣ ਵਾਸਤੇ 1 ਕਰੋੜ ਰੁਪਇਆ ਖਰਚ ਕਰਦੇ ਆ, ਯੂਕਰੇਨ ਵਿੱਚ 25 ਲੱਖ ਲੱਗਦਾ, ਕਿ ਤੁਹਾਡੀ ਗਲਤੀਆਂ ਦੀ ਸਜ਼ਾ ਹੁਣ ਉਹਨਾਂ ਦੇ ਮਾਂ-ਬਾਪ ਤੇ ਉਹ ਵਿਦਿਆਰਥੀ ਭੁਗਤ ਰਹੇ ਆ। ਇਸ ਲਈ ਸਮੇਂ ਦੀ ਮੰਗ ਹੈ, ਸਰਕਾਰ ਦੀ ਡਿਊਟੀ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋਂ ਤੁਰੰਤ ਸੁਰੱਖਿਅਤ ਵਾਪਸ ਲਿਆਂਦਾ ਜਾਵੇ ਤਾਂ ਜੋ ਉਹਨਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਹੋ ਸਕੇ। ਅੱਜ ਜਿਸ ਸਮੱਸਿਆ ਨੂੰ ਲੈ ਕੇ ਇੱਥੇ ਇਕੱਠ ਹੋਇਆ, ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਦੁਨੀਆ ਦੇ ਉੱਤੇ ਤੀਸਰੀ ਸੰਸਾਰ ਜੰਗ ਦੇ ਜਿਹੜੇ ਬੱਦਲ ਨੇ ਉਹ ਮੰਡਰਾ ਰਹੇ ਨੇ। ਔਰ ਪਹਿਲੀਆਂ ਜਿਹੜੀਆਂ 2 ਜੰਗਾਂ ਹੋਈਆਂ, ਅਸੀਂ ਉਹਨਾਂ ਦੇ ਇਤਿਹਾਸ ਵੀ ਪੜ੍ਹੇ ਨੇ, ਉਹਨਾਂ ਦੇ ਉੱਤੇ ਫਿਲਮਾਂ ਵੀ ਦੇਖੀਆਂ, ਔਰ ਸਾਨੂੰ ਪਤਾ ਕਿ ਉਹਨਾਂ ਨੇ ਜਿੰਨੀ ਬਰਬਾਦੀ ਲਿਆਂਦੀ ਸੀ, ਅੱਜ ਸ਼ਾਇਦ ਜੇ ਸੰਸਾਰ ਜੰਗ ਦਾ ਸਬਬ ਬਣ ਗਿਆ ਤਾਂ ਪੂਰੀ ਦੀ ਪੂਰੀ ਦੁਨੀਆ ਜਿਹੜੀ ਖਤਮ ਹੋ ਜਾਏਗੀ। ਔਰ ਇਸ ਦੇ ਵਿੱਚੋਂ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ TV ਦੇ ਉੱਤੇ ਜਾਂ ਹੋਰ ਚੈਨਲਾਂ ਦੇ ਉੱਤੇ ਦੇਖ ਰਹੇ ਹਾਂ, ਔਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹਦੇ ਵਿੱਚੋਂ ਪੈਦਾ ਹੋਈ ਹੈ ਕਿ ਸਾਡੇ ਉਹ ਬੱਚੇ ਜਿਹੜੇ ਖਾਸ ਤੌਰ ਦੇ ਉੱਤੇ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਦੇ ਵਿੱਚ ਗਏ ਸਨ, ਅੱਜ ਉਹ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ। ਔਰ ਜਿਸ ਤਰ੍ਹਾਂ ਦੀ ਉੱਥੇ ਲੜਾਈ ਹੋ ਰਹੀ ਹੈ, ਉਸ ਲੜਾਈ ਨੂੰ ਦੇਖਦਿਆਂ ਹੋਇਆਂ ਹੁਣੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਕੁਝ ਬੱਚੇ ਜਿਹੜੇ ਨੇ ਉਹ ਇਸ ਜੰਗ ਦੇ ਵਿੱਚ ਮਾਰੇ ਵੀ ਗਏ ਨੇ, ਔਰ ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਉੱਥੇ। ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਉਹ ਕਿੱਥੇ ਜਾਣ। ਔਰ -4 ਤੋਂ ਲੈ ਕੇ 8 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਲੰਬੇ ਸਫ਼ਰ ਕਰ ਰਹੇ ਨੇ, ਪਰ ਉਹਨਾਂ ਨੂੰ ਨਾ ਰੇਲ ਗੱਡੀਆਂ 'ਤੇ ਚੜ੍ਹਨ ਦਿੱਤਾ ਜਾ ਰਿਹਾ, ਨਾ ਉਹਨਾਂ ਨੂੰ ਕੋਈ ਹੋਰ ਸਾਧਨ ਮਿਲ ਰਿਹਾ ਵੈ। ਉਹਦਾ ਵੱਡਾ ਸਾਰਾ ਤੋਂ ਕਾਰਨ ਇਹ ਹੈਗਾ ਕਿ ਜਿਹੜੀ ਭਾਰਤ ਸਰਕਾਰ ਨੇ ਰੂਸ ਦੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਅੰਦਰ ਖਾਤੇ ਹਮਾਇਤ ਕੀਤੀ ਹੈ। ਇਸ ਗੱਲ ਤੋਂ ਜਿਹੜੇ ਯੂਕਰੇਨੀ ਲੋਕ ਨੇ ਬਹੁਤ ਔਖੇ ਨੇ, ਔਰ ਉਹ ਜਿੱਥੇ ਵੀ ਹਿੰਦੁਸਤਾਨੀ ਕੋਈ ਬੱਚਾ ਨਜ਼ਰ ਆਉਂਦਾ ਵੈ, ਉਹਨਾਂ ਦੀ ਮਾਰ ਕੁੱਟ ਵੀ ਹੋਈ ਆ। ਬੈਂਕ ਉੱਥੋਂ ਦੇ ਬੰਦ ਹੋ ਚੁੱਕੇ ਨੇ, ਪੈਸਾ ਮਿਲ ਨਹੀਂ ਰਿਹਾ, ਫਲਾਈਟਾਂ ਬੰਦ ਨੇ, ਹਵਾਈ ਅੱਡੇ ਬੰਦ ਨੇ, ਰੇਲਵੇ ਦੇ ਵਿੱਚ ਜਿਹੜੀ ਲਗਭਗ ਸਮਾਪਤੀ ਹੋ ਚੁੱਕੀ ਹੈ, ਔਰ ਖਾਣ ਦੇ ਲਈ ਸਮਾਨ ਖਤਮ ਹੈ, ਪਾਣੀ ਨਹੀਂ ਮਿਲ ਰਿਹਾ, ਔਰ 4-4 ਦਿਨਾਂ ਤੋਂ ਬੱਚੇ ਜਿਹੜੇ ਭੁੱਖੇ ਸੜਕਾਂ ਦੇ ਉੱਤੇ ਫਿਰ ਰਹੇ ਨੇ। ਤੋ ਇੱਕ ਬਹੁਤ ਵੱਡੀ ਸਮੱਸਿਆ ਹੈ। ਮੈਂ ਸਮਝਦਾ ਵਾਂ ਕਿ ਸਾਡੀ ਸਰਕਾਰ ਨੂੰ ਬਹੁਤ ਤੇਜ਼ ਯਤਨ ਕਰਨੇ ਚਾਹੀਦੇ ਨੇ। ਯਤਨ ਕੀਤੇ ਜਾ ਰਹੇ ਨੇ, ਪਰ ਉਹ ਇੰਨੇ ਕਾਫੀ ਨਹੀਂ ਹੈਗੇ। ਤੋ ਇਸ ਜੰਗ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ ਵਾਂ ਕਿ ਇਹ ਸਾਨੂੰ ਪਤਾ ਲੱਗ ਚੁੱਕਾ ਸੀ ਜਦੋਂ ਸਟਾਲਿਨੀ ਤਾਕਤਾਂ ਜਿਹੜੀਆਂ ਨੇ, ਜਦੋਂ ਉਹਨਾਂ ਨੇ ਹਿਟਲਰ ਦੇ ਨਾਲ ਸਮਝੌਤਾ ਕੀਤਾ ਸੀ, ਤੇ ਇਸ ਗੱਲ ਦਾ ਖਦਸ਼ਾ ਪੈਦਾ ਹੋ ਗਿਆ ਸੀ ਕਿ ਇੱਕ ਦਿਨ ਫਿਰ ਆਏਗਾ ਕਿ ਜਦੋਂ ਉਹ ਨਾਜ਼ੀ ਤਾਕਤਾਂ ਜਿਹੜੀਆਂ ਨੇ ਸਿਰ ਚੁੱਕਣਗੀਆਂ। ਔਰ ਅੱਜ ਜਿਹੜਾ ਸੁਪਰ ਪਾਵਰਾਂ ਦਾ ਟਕਰਾਵ ਹੈ, ਉਹਦੇ ਵਿੱਚ ਪੂਤਿਨ ਵਰਗਾ ਜਿਹੜਾ ਵਾ ਉਹੀ ਕੰਮ ਕਰ ਰਿਹਾ ਵਾ ਜਿਹੜੇ ਕੰਮ ਹਿਟਲਰ ਨੇ ਕੀਤੇ ਸੀ। ਔਰ ਜਿਸ ਤਰ੍ਹਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਜੰਗ ਲੱਗੇ, ਮਾਰੇ ਤਾਂ ਆਮ ਲੋਕ ਜਾਂਦੇ ਨੇ, ਨਾ ਸਰਕਾਰਾਂ ਨੂੰ ਫਰਕ ਪੈਂਦਾ, ਨਾ ਲੀਡਰਾਂ ਨੂੰ ਫਰਕ ਪੈਂਦਾ ਵਾ। ਤੋ ਇਸ ਸੰਕਟ ਦੀ ਘੜੀ ਦੇ ਵਿੱਚ ਸਾਡੇ ਲਈ ਇੱਕ ਬਹੁਤ ਔਖਾ ਸਮਾਂ ਹੈ, ਔਰ ਇਸ ਔਖੇ ਸਮੇਂ ਦੇ ਵਿੱਚ ਜਿਵੇਂ ਸਾਡੇ ਬੱਚੇ ਜਿਹੜੇ ਨੇ ਉੱਥੇ ਘਿਰੇ ਹੋਏ ਨੇ, ਸਾਨੂੰ ਦੁਆ ਵੀ ਕਰਨੀ ਚਾਹੀਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਮਾਪਿਆਂ ਕੋਲ ਪਹੁੰਚਣ, ਆਪਣੇ ਘਰਾਂ ਦੇ ਵਿੱਚ ਪਹੁੰਚਣ, ਤਾਂ ਕਿ ਉਹਨਾਂ ਦੇ ਪਿੱਛੇ ਜਿਹੜੇ ਮਾਪੇ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ। ਔਰ ਬੜੀਆਂ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ, ਜਿਹੜੇ ਉਹਨਾਂ ਦੇ TV ਦੇ ਉੱਤੇ
ਆ ਰਹੇ ਨੇ ਪ੍ਰੋਗਰਾਮ, ਉਹ ਬੜੇ ਦਿਲ ਕੰਬਾਊ ਨੇ ਕਿ ਵੀ ਕਿਹਦੀ ਅੱਜ ਜਿਹੜੀ ਸਦੀ ਆ, ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਜਾ ਰਹੇ ਹਾਂ, ਤੇ ਉਦੋਂ ਵੀ ਅਸੀਂ ਇਹੋ ਜਿਹੀ ਸੋਚ ਰੱਖਦੇ ਹਾਂ ਕਿ ਅਸੀਂ ਮਨੁੱਖਤਾ ਜਿਹੜੀ ਉਸ ਨੂੰ ਖਤਮ ਕਰਨਾ। ਗੱਲਬਾਤ ਹੋ ਰਹੀ ਹੈ, ਕਿੱਦਾਂ ਦੇਖਦੇ ਹੋ ਤੁਸੀਂ ਜਿਹੜਾ ਹੈਗਾ ਰੂਸ ਯੂਕਰੇਨ ਦੀ ਗੱਲਬਾਤ ਦਾ ਪ੍ਰਸਤਾਵ ਵੀ ਰੱਖਿਆ ਗਿਆ? ਦੇਖੋ, ਜਿਹੜੀ ਗੱਲਬਾਤ ਹੋ ਰਹੀ ਆ, ਮੈਂ ਉਹਦੇ ਸਾਰੇ ਵੇਰਵੇ ਦੇਖੇ ਨੇ, ਸੁਣੇ ਵੀ ਨੇ, ਪਰ ਮੈਨੂੰ ਉਹਨਾਂ ਤੋਂ ਬਹੁਤੀ ਆਸ ਨਹੀਂ, ਕਿਉਂਕਿ ਉਹ ਸਿਰਫ ਇੱਕ ਡਿਪਲੋਮੈਟਿਕ ਪੱਧਰ ਦੇ ਉੱਤੇ ਗੱਲ ਹੋ ਰਹੀ ਹੈ। ਜਦ ਤੱਕ ਤੁਸੀਂ ਇਹ ਸੋਚ ਨਹੀਂ ਕਰਦੇ, ਕਿਉਂਕਿ ਗੱਲਬਾਤ ਦਾ ਤਾਂ ਫਾਇਦਾ ਨਾ ਕਿ ਜੇ ਰੂਸ ਜਿਹੜਾ ਵਾ ਹਵਾਈ ਹਮਲੇ ਰੋਕੇ, ਔਰ ਇਹ ਕਹੀ ਜਾਣਾ ਕਿ ਅੱਜ ਵੀ ਜਿਹੜਾ ਬਿਲਕੁਲ ਥੋੜ੍ਹੀ ਦੇਰ ਪਹਿਲਾਂ ਦੀ ਗੱਲ ਹੈ ਕਿ ਜਦੋਂ ਬਹੁਤ ਵੱਡੇ 2-3 ਹਮਲੇ ਜਿਹੜੇ ਉਸਨੇ ਕੀਤੇ ਨੇ, ਕਿ ਜਿਹਦੇ ਵਿੱਚ ਸ਼ਾਇਦ 70 ਯੂਕਰੇਨ ਦੇ ਜਿਹੜੇ ਅਫਸਰ ਨੇ, ਫੌਜੀ ਅਫਸਰ, ਉਹ ਮਾਰੇ ਗਏ ਨੇ। ਔਰ ਇਸ ਤਰ੍ਹਾਂ ਦੀ ਇੱਕ ਜਿਹੜਾ ਖਦਸ਼ਾ ਬਣਿਆ ਪਿਆ ਵਾ ਕਿ ਬਈ ਨਿਊਕਲੀਅਰ ਜਿਹੜੇ ਹਥਿਆਰ ਨੇ ਉਹਨਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਇਸ ਗੱਲ ਦੀ ਸਾਰੀ ਦੁਨੀਆ ਦੇ ਵਿੱਚ ਨਿੰਦਿਆ ਕਰਨੀ ਚਾਹੀਦੀ ਆ, ਔਰ ਇਸ ਨੂੰ ਰੋਕਣਾ ਚਾਹੀਦਾ ਵਾ ਕਿ ਵੀ ਕਿਸੇ ਵੀ ਰੂਪ ਦੇ ਵਿੱਚ ਨਿਊਕਲੀਅਰ ਜਿਹੜੇ ਹਥਿਆਰ ਨੇ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ। ਮੇਰਾ ਨਾਮ ਮਨਜੀਤ ਕੌਰ ਆ ਜੀ। ਮੇਰੀ ਬੇਟੀ ਆ ਉੱਥੇ ਯੂਕਰੇਨ ਚ ਗਈ ਸੀ, ਖਾਰਕਿਵ ਵਿੱਚ। ਔਰ ਮਹਿਕਪ੍ਰੀਤ ਕੌਰ ਦਿਓਲ। ਗੱਲਬਾਤ ਹੋਈ ਨਹੀਂ, ਕੀ ਹਾਲਾਤ ਨੇ ਉਸ ਦੇ? ਹੁਣ ਦੇ ਹਾਲਾਤ ਜੋ ਇਦਾਂ ਹੀ, ਉਹ ਬੱਚੇ, ਸਾਡੀ ਬੇਟੀ ਤੇ ਕੁਝ ਬੱਚੇ ਪਹਿਲਾਂ ਨਿਕਲ ਚੁੱਕੇ ਸੀ, ਉਹ ਕੀਵ ਚ ਪਹੁੰਚ ਗਏ ਸੀ। ਕੀਵ ਵਾਲੇ ਬੱਚੇ ਥੋੜੇ ਕੱਲ ਉਹਨਾਂ ਨੇ ਛੋੜ ਦਿੱਤੀ ਸੀਗੀ ਕਰਫਿਊ ਤੋਂ, ਤੇ ਉਹ ਢਿੱਲ ਦਿੱਤੀ ਦੇਣ ਕਾਰਨ ਕੋਈ ਟ੍ਰੇਨ ਫੜੀ। ਟ੍ਰੇਨ 'ਚ ਬੜੀਆਂ ਮੁਸ਼ਕਲਾਂ ਆਈਆਂ, ਉਹ ਚੜ੍ਹਾ ਨਹੀਂ ਰਹੇ ਸੀਗੇ, ਕਹਿੰਦੇ ਸਾਡੇ ਇੰਡੀਅਨ ਬੱਚਿਆਂ ਨੂੰ ਅਸੀਂ ਨਹੀਂ ਚੜਾਉਣਾ, ਔਰ ਉਹਨਾਂ ਨੂੰ ਧੱਕੇ ਮਾਰ ਰਹੇ ਸੀਗੇ। ਪਰ ਬੱਚਿਆਂ ਨੇ ਕੋਸ਼ਿਸ਼ ਕਰਕੇ ਆਪਣੇ ਜ਼ੋਰ ਨਾਲ ਹੀ ਉਹਨਾਂ ਨੇ ਟ੍ਰੇਨ ਫੜੀ ਆ। ਉਹ ਮੇਰੀ ਬੇਟੀ ਤੇ ਜਿਹੜੇ 15-20 ਬੱਚੇ ਆ, ਕੁਝ ਬੱਚੇ ਹੋਰ ਨੇ, ਉਹ ਆਪਣੇ ਉੱਥੇ ਪਹੁੰਚ ਚੁੱਕੇ ਨੇ। ਰਮਾਨੀਆ ਬਾਰਡਰ ਤੋਂ ਹਜੇ ਪਿੱਛੇ ਸੀ। ਹਜੇ ਜੋ ਹੁਣ ਤੱਕ ਦੀ ਸਾਨੂੰ ਬੇਟੀ ਦੀ ਨਿਊਜ਼ ਸੀ, ਉਸ ਵਿੱਚ ਇਹ ਸੀ ਕਿ ਰਮਾਨੀਆ ਬਾਰਡਰ ਲਈ ਇੱਕ ਹੀ ਬੱਸ ਸੀ ਜੋ ਕੋਈ ਬੜੀ ਰਸ਼ ਸੀ ਚਲੀ ਗਈ। ਉਹ ਨੈਕਸਟ ਬੱਸ ਦੀ ਵੇਟ ਕਰ ਰਹੇ ਸੀ ਹੁਣ ਤੱਕ। ਉਸ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਬੱਚਿਆਂ ਨੂੰ ਬੱਸ ਮਿਲ ਕੇ ਚੁੱਕੀ ਆ ਕਿ ਨਹੀਂ। ਪਰ ਜੋ ਬੱਚੇ ਖਾਰਕਿਵ ਵਿੱਚ ਨੇ, ਉਹ ਖਾਰਕਿਵ ਵਾਲੇ ਬੱਚੇ ਇਸ ਵੇਲੇ ਬੜੀ ਬੁਰੀ ਸਥਿਤੀ ਵਿੱਚ ਨੇ, ਕਿਉਂਕਿ ਉਹਦੇ ਬਹੁਤ ਜ਼ਿਆਦਾ ਬੰਬਾਰਮੈਂਟ ਹੋ ਰਹੀ ਆ, ਕਿਉਂਕਿ ਬੱਚਿਆਂ ਨੂੰ ਨਿਕਲ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੂੰ ਕੁਝ ਕਿਹਾ ਸੀ ਕਿ ਟ੍ਰੇਨ ਵੱਲ ਚੱਲੋ, ਪਰ ਟ੍ਰੇਨ ਜਿਹੜੀ ਆ ਕਿ ਉਹ ਨਹੀਂ ਮਿਲ ਰਹੀ। ਪਰ ਉਹਨਾਂ ਨੇ ਵਿੱਚੋਂ ਹੀ ਕਮਰਿਆਂ ਦੇ ਆਪਣੇ ਬੰਦ ਕਰ ਰੱਖਿਆ ਹੈ। ਬਹੁਤ ਜ਼ਿਆਦਾ ਸਥਿਤੀ ਖਰਾਬ ਹੋ ਚੁੱਕੀ ਆ। ਹੁਣ ਤੱਕ ਦੀ ਤਾਂ ਅਪਡੇਟ ਇਹੀ ਸੀ। ਇਸ ਤੋਂ ਬਾਅਦ ਅਸੀਂ ਕੁਝ ਕਹਿ ਨਹੀਂ ਸਕਦੇ ਜੀ, ਬੱਚਿਆਂ ਨੂੰ ਕੋਈ ਢਿੱਲ ਮਿਲੀ ਆ ਜਾਂ ਨਹੀਂ ਮਿਲੀ।